ਬਾਅਦ ਆਪਣੇ ਮਨ 'ਚ ਇੱਛਾ ਸੀ ਕਿ ਕੋਈ ਇਦਾਂ ਦਾ ਪ੍ਰੋਜੈਕਟ ਬਣਾਇਆ ਜਾਵੇ ਕਿ ਜਿਹੜਾ ਕਿਸੇ ਕੋ ਵੀ ਨਾ ਹੋਵੇ। ਜਦੋਂ ਇਹ ਬਣੀ ਆ, ਜਦੋਂ ਇਹ ਚੱਲੀ ਆ, ਤਾਂ ਹਰੇਕ ਦੇ ਮਨ 'ਚ ਇਹ ਹੁੰਦੀ ਸ਼ਾਬਾਸ਼ ਵਾਲਾ ਕੰਮ ਸੀਗਾ ਜੀ ਕਿ ਇਹ ਕੰਮ ਵਧੀਆ ਕੀਤਾ। ਜਿੰਨਾ ਚਿਰ ਇਹ ਗੱਡੀ ਬਣੀ ਨਹੀਂ ਆਪਾਂ ਨੂੰ ਚੈਨ ਨਹੀਂ ਆਈ ਜੀ। ਉਹ ਜਦੋਂ ਇਹ ਖੜੀ ਆ ਤਾਂ ਹਰੇਕ ਬੰਦਾ ਇੱਥੇ ਬਹਿ ਕੇ ਫੋਟੋ ਖਿਚਾਉਂਦਾ। ਲੋਕੀ ਦੇਖਦੇ ਵੀ ਆ ਕਿ ਇਹ ਨਿੱਕੀ ਜਿਹੀ ਦੌੜੀ ਜਾਂਦੀ ਹੈ ਜੇ ਰੱਖਿਆ ਕੀ ਆ। ਲਾਕਡਾਊਨ ਦੇ ਵਿੱਚ ਜਿੱਥੇ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਬੈਠੇ ਤੰਗ ਪਰੇਸ਼ਾਨ ਹੋਏ, ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਇਸੇ ਲਾਕਡਾਊਨ ਦੇ ਦਰਮਿਆਨ ਬਹੁਤ ਸਾਰੇ ਲੋਕਾਂ ਦਾ ਹੁਨਰ ਨਿਕਲ ਕੇ ਬਾਹਰ ਵੀ ਆਇਆ। ਖਾਸ ਤੌਰ ਤੇ ਜਦੋਂ ਆਟੋ ਸੈਕਟਰ ਦੀ ਗੱਲ ਕਰਦੇ ਹਾਂ ਤੇ ਆਟੋ ਸੈਕਟਰ ਦੇ ਵਿੱਚ ਜਿਹੜਾ ਆ ਉਹ ਕਿਸੇ ਨੇ ਤਾਂ ਕਾਰ ਆਪਣੀ ਪੁਰਾਣੀ ਨੂੰ ਖੋਲ੍ਹ ਕੇ ਉਹਦਾ ਮੋਟਰਸਾਈਕਲ ਬਣਾਤਾ ਤੇ ਕਿਸੇ ਨੇ ਨਵਾਂ ਐਕਸਪੈਰੀਮੈਂਟ ਕਰਕੇ ਕਾਰ ਨੂੰ ਮੋਡੀਫਾਈ ਕਰਤਾ। ਪਰ ਹੁਸ਼ਿਆਰਪੁਰ ਦੇ ਪਿੰਡ ਅੱਜੋਵਾਲ ਦੇ ਵਿੱਚ ਇੱਕ ਮਕੈਨਿਕ ਨੇ, ਉਹਨਾਂ ਮਕੈਨਿਕ ਸਾਹਿਬ ਨੇ 2 ਸਕੂਟਰ ਦੇ ਟਾਇਰ ਲਏ, ਇੱਕ ਦੇ ਲੈ ਤੇ ਇੱਕ ਦਾ ਲਿਆ ਇੰਜਨ। 2 ਸਕੂਟਰਾਂ ਨੂੰ ਮਿਲਾ ਕੇ ਉਹਨਾਂ ਨੇ ਬਣਾਤੀ ਏ ਕਾਰ। ਜਿਹਦੇ ਤੋਂ ਬਾਅਦ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਹੁਨਰ ਦੀ ਘਾਟ ਨਹੀਂ ਹੈ, ਬਸ ਉਸ ਹੁਨਰ ਨੂੰ ਸਹੀ ਤਰੀਕੇ ਨਾਲ ਤਰਾਸ਼ਣ ਜਾਂ ਫਿਰ ਸੇਧ ਦੇਣ ਜਾਂ ਮਦਦ ਦੇਣ ਦੀ ਜ਼ਰੂਰਤ ਹੈ। ਅੱਜ ਅਸੀਂ ਅੱਜੋਵਾਲ ਪਿੰਡ ਦੇ ਵਿੱਚ ਪਹੁੰਚੇ ਹੋਏ ਹੁਸ਼ਿਆਰਪੁਰ ਦੇ ਵਿੱਚ, ਤੇ ਕਾਰ ਜਿਹੜੀ ਬਣਾਈ ਹੈ ਸਕੂਟਰ ਨੂੰ ਤੋੜ ਕੇ ਜਾਂ ਕਹਿ ਲਓ ਕਿ 2 ਸਕੂਟਰਾਂ ਨੂੰ ਜੋੜ ਕੇ ਉਹ ਤੁਹਾਡੇ ਸਾਹਮਣੇ। ਔਰ ਜਿੰਦਰ ਹੋਰੀ ਵੀ ਸਾਡੇ ਨਾਲ ਮੌਜੂਦ ਨੇ। ਮੈਂ ਕਾਰ 'ਚ ਬੈਠ ਕੇ ਇਸ ਕਾਰ 'ਚ ਬੈਠਣ ਦਾ ਆਨੰਦ ਵੀ ਨਾਲ ਦੀ ਨਾਲ ਲੈ ਲੈਣਾ। ਤੇ ਜਿੰਦਰ ਜੀ, ਸਭ ਤੋਂ ਪਹਿਲਾਂ ਤਾਂ ਜੀ ਆਇਆਂ ਟੀਵੀ ਪੰਜਾਬ ਤੇ। ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ। ਜਿੰਦਰ ਜੀ, ਇਹ ਆਈਡੀਆ ਕਿਵੇਂ ਆਇਆ ਕਿ 2 ਸਕੂਟਰ ਦੇ ਟਾਇਰ ਹੁੰਦੇ ਆ, 2 ਸਕੂਟਰਾਂ ਨੂੰ ਜੋੜ ਕੇ ਮੰਨ ਲੈਂਦੇ ਕਿ 4 ਟਾਇਰ ਬਣ ਜਾਂਦੇ ਆ, ਤੇ ਇਹਨਾਂ 4 ਟਾਇਰਾਂ ਨੂੰ 4 ਵੀਲਰ ਬਣਾਉਣ ਦੇ ਲਈ ਜਿਹੜਾ ਆ ਉਹ ਆਈਡੀਆ ਕਿਵੇਂ ਦਿਮਾਗ 'ਚ ਆਇਆ ਕਿ ਇਹਨਾਂ ਨੂੰ ਜੋੜ ਕੇ ਜਿਹੜਾ ਉਹ ਕਾਰ ਬਣਾ ਦਿੱਤੀ ਜਾਵੇ? ਸਰ, ਸਭ ਤੋਂ ਪਹਿਲਾਂ ਤੁਹਾਡੇ ਚੈਨਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਗੱਡੀ ਇਸ ਤਰ੍ਹਾਂ ਬਣਾਈ ਆ ਕਿ ਮੈਨੂੰ 30 ਸਾਲ ਹੋ ਗਏ ਜੀ ਕੰਮ ਕਰਦਿਆਂ ਨੂੰ, ਮਕੈਨਿਕੀ ਲੈਣ। ਤੇ ਬਸ ਆਪਣੇ ਮਨ 'ਚ ਇੱਛਾ ਸੀ ਕਿ ਕੋਈ ਆਪਣੇ ਵੱਲੋਂ ਵੀ ਕੋਈ ਚੀਜ਼ ਤਿਆਰ ਕੀਤੀ ਜਾਵੇ। ਫਿਰ ਜਦੋਂ ਅਸੀਂ ਇੱਕ ਕਨੈਕਟ ਹੋਂਡਾ ਖਰੀਦਿਆ, ਉਹਦੇ ਖਰੀਦਣ ਤੋਂ ਬਾਅਦ ਮਨ 'ਚ ਆਇਆ ਇਹਨੂੰ ਕੀ ਬਣਾਈਏ, ਕੱਟ ਵੱਢ ਕੇ ਅਸੀਂ ਇਹਦਾ ਢਾਂਚਾ ਤਿਆਰ ਕੀਤਾ ਜੀ, ਸਾਰੇ 4 ਟਾਇਰ ਲਾ ਕੇ। ਪਰ ਜਿਵੇਂ 4 ਟਾਇਰ ਲਗਾਏ ਸੀਗੇ ਤੇ ਸਾਨੂੰ ਕਈ ਵਿੱਚ ਕਹਿੰਦੇ ਸੀ ਕਿ 4 ਟਾਇਰ ਇਹਨੇ ਜਾਂ ਤੁਰਨਾ ਨਹੀਂ ਆ, ਪਿਕਅਪ ਨਹੀਂ ਕਰੂਗੀ ਇਹ। ਤੇ ਜਦੋਂ ਅਸੀਂ ਢਾਂਚਾ ਬਣਾਇਆ, ਰੇਸ ਰੂਸ ਬ੍ਰੇਕਾਂ ਵਗੈਰਾ ਲਾਈਆਂ, ਚਲੋ ਮਨ 'ਚ ਸੀਗਾ ਕਿ ਸ਼ਾਇਦ ਵਾਕਈ ਨਹੀਂ ਤੁਰਨੀ ਇਹ। ਜਿਸ ਵੇਲੇ ਅਸੀਂ ਚਲਾਈ ਤਾਂ ਇਹਨੇ ਤਾਂ ਇੰਨਾ ਕੁ ਵਧੀਆ ਰਿਸਪੌਂਸ ਸਾਨੂੰ ਦਿੱਤਾ। ਫਿਰ ਅਸੀਂ ਹੌਲੀ ਹੌਲੀ ਨੂੰ ਕਾਰ ਦੀ ਸ਼ਕਲ ਦਿੱਤੀ ਜੀ। ਜਦੋਂ ਕਾਰ ਦੀ ਸ਼ਕਲ ਦੇ ਕੇ ਬਿਨਾਂ ਪੇਂਟ ਤੋਂ ਜਦੋਂ ਰੋਡ 'ਤੇ ਚਲਾਈ ਜੀ, ਮੇਰੇ ਫਗਵਾੜਾ ਰੋਡ 'ਤੇ ਦੁਕਾਨ ਆ ਤੇ ਫਗਵਾੜਾ ਰੋਡ 'ਤੇ ਵੀ ਸਾਰੇ ਇਸ ਚੀਜ਼ ਨੂੰ ਕਰਦੇ ਸੀ ਕਿ ਚਲੋ ਕੋਈ ਤਾਂ ਸਾਡੇ ਰੋਡ 'ਤੇ ਦਿਮਾਗ ਲਾਉਣ ਵਾਲਾ ਬੰਦਾ ਹੈਗਾ। ਫਿਰ ਅਸੀਂ ਗੱਡੀ ਬਣਾਈ, ਬਣਾ ਕੇ ਹੋਰ ਵੀ ਕਈ ਵੀਰ ਸਾਡੇ ਖੁਸ਼ ਹੋਏ। ਹੁਣ ਆਰਡਰ ਵੀ ਆਉਂਦੇ ਬਣਾਉਣ ਵਾਸਤੇ, ਪਰ ਦੇਖੋ ਮਾਲਕ ਕਦੋਂ ਕੰਮ ਸ਼ੁਰੂ ਕਰਾਉਂਦਾ ਜੀ। ਅੱਛਾ, ਤੁਸੀਂ ਮਕੈਨਿਕ ਦਾ ਕੰਮ ਕਰਦੇ ਹੋ, ਉਸ ਤੁਹਾਡੀ ਦੁਕਾਨ ਦੇ ਵਿੱਚ ਮੋਟਰਸਾਈਕਲਾਂ ਦੀ, ਸਕੂਟਰਾਂ ਦੀ ਰਿਪੇਅਰ, 2 ਵੀਲਰ ਜਿਹੜੇ ਨੇ ਉਹਨਾਂ ਦੀ ਰਿਪੇਅਰ ਹੁੰਦੀ ਹੈ ਜਾਂ ਕਾਰਾਂ ਦੀ 4 ਵੀਲਰ ਜਿਹੜੇ ਉਹਨਾਂ ਦੀ ਵੀ ਰਿਪੇਅਰ ਕਰਦੇ ਹੋ? ਨਹੀਂ ਸਰ, ਸਾਡੇ ਕੋਲ ਓਨਲੀ 2 ਵੀਲਰ ਹੈ ਜੀ, ਮੋਟਰਸਾਈਕਲ ਔਰ ਸਕੂਟਰ ਜੀ। ਤੇ ਕਾਰਾਂ ਦਾ ਨਹੀਂ ਹੈਗਾ ਜੀ। ਕਾਰਾਂ ਦਾ ਤਾਂ ਬਸ ਆਪਣੇ ਮਨ 'ਚ ਸੀਗਾ ਕਿ ਅਸੀਂ ਕੋਈ ਇੱਦਾਂ ਦੀ ਚੀਜ਼ ਬਣਾਈਏ ਜਿਹੜੀ ਕਿਸੇ ਕੋਲ ਵੀ ਨਾ ਹੋਵੇ। ਪਰ ਇਹ ਐਸੀ ਬਣੀ ਆ, ਹੁਣ ਲੋਕਾਂ ਦੇ ਹੋਰ ਆਫਰਾਂ ਕਾਫੀ ਆਉਂਦੀਆਂ, ਹੋਰ ਬਣਾ ਕੇ ਦੇਵਾਂਗੇ। ਹਾਂਜੀ, 2 ਵੀਲਰ ਨੂੰ ਤੁਸੀਂ 4 ਵੀਲਰ ਜਿਹੜਾ ਉਹ ਕਰ ਦਿੱਤਾ ਜੀ। ਕਿੰਨਾ ਸਮਾਂ ਲੱਗਾ, ਕਿੰਨੀ ਮਿਹਨਤ ਆਈ, ਕਿੰਨੀ ਲਾਗਤ ਆਈ ਇਸ ਜਿਹੜਾ ਆ ਉਹ ਕਾਰ ਨੂੰ ਬਣਾਉਣ ਦੇ ਵਿੱਚ? ਸਰ, ਇਸ ਤਰ੍ਹਾਂ ਸੀਗਾ ਕਿ ਅਸੀਂ ਕਨੈਕਟ ਹੋਂਡਾ ਖਰੀਦਿਆ ਜੀ, ਸਾਨੂੰ 10-12 ਦਿਨ ਲੱਗੇ ਕੁਆੜ 'ਚੋਂ ਸਮਾਨ ਇਕੱਠਾ ਕਰਨ ਵਿੱਚ। ਜਿਵੇਂ ਮਰੂਤੀ ਕਾਰ ਦਾ ਸਮਾਨ ਸੀ, ਸਟੀਅਰਿੰਗ ਵਗੈਰਾ ਤੇ ਹੋਰ ਵੀ ਕਈ ਐਂਗਲ ਵਗੈਰਾ ਲੈਣੇ ਸੀਗੇ, ਤਾਂ ਸਾਨੂੰ 10-12 ਦਿਨ ਲੱਗੇ ਜੀ। ਤੇ ਫਿਰ ਮੇਰਾ ਮਿੱਤਰ ਆ ਜੀ, ਡੈਂਟਿੰਗ ਦਾ ਕੰਮ ਕਰਦਾ, ਪੰਕਜ, ਉਹਦੀ ਸਹਾਇਤਾ ਦੇ ਨਾਲ ਫਿਰ ਅਸੀਂ ਕੱਟਣਾ ਵੱਢਣਾ ਸ਼ੁਰੂ ਕੀਤਾ। ਫਿਰ ਢਾਂਚਾ ਉਹਦੇ ਨਾਲ ਤਿਆਰ ਕੀਤਾ ਜੀ। ਢਾਂਚਾ ਤਿਆਰ ਕਰਨ ਤੋਂ ਬਾਅਦ ਜਦੋਂ ਅਸੀਂ ਚਲਾਉਂਦੇ ਤਾਂ ਨਜ਼ਾਰੇ ਆਉਂਦੇ ਜੀ। ਇਹਨੂੰ ਲੋਕ ਖੁਦ ਕਹਿੰਦੇ ਆ ਸਾਨੂੰ ਵੀ ਚਲਾਉਣ ਨੂੰ ਦਿਓ, ਪਰ ਜਿਹੜਾ ਚਲਾਉਂਦਾ ਉਹ ਫਿਰ ਉਤਰਦਾ ਨਹੀਂ ਜੀ। ਅੱਛਾ ਜੀ। ਹਾਂਜੀ। ਤੇ ਤੁਸੀਂ ਵੀ ਚਲਾਉਂਦੇ ਹੋ, ਫਿਰ ਤੁਹਾਡਾ ਵੀ ਉਤਰਨ ਨੂੰ ਦਿਲ ਨਹੀਂ ਕਰਦਾ ਹੋਣਾ, ਤੇ ਫਿਰ ਦੁਕਾਨਦਾਰੀ ਕਿੱਦਾਂ ਚੱਲਦੀ ਹੈ? ਸਰ, ਇਸ ਤਰ੍ਹਾਂ ਸੀਗਾ ਕਿ ਜਦੋਂ ਅਸੀਂ ਇਹ ਬਣਾਈ ਆ ਕਿ ਮੈਂ 3 ਦਿਨ ਦੁਕਾਨ ਤੋਂ ਛੁੱਟੀ ਕਰੀ ਜੀ। 3 ਦਿਨਾਂ ਵਿੱਚ ਅਸੀਂ ਇਹਨੂੰ ਢਾਂਚੇ ਨੂੰ ਪੂਰਾ ਕੰਪਲੀਟ ਕੀਤਾ ਜੀ। ਤੇ ਹੁਣ ਆਰਡਰ ਜਦੋਂ ਆਉਂਦੇ ਆ ਫਿਰ ਅਸੀਂ ਇਹ ਦੇਖੀਦਾ ਕਿ ਜਾਂ ਤਾਂ ਅਸੀਂ ਕੰਮ ਕਰਾਂਗੇ ਜਾਂ ਗੱਡੀਆਂ ਬਣਾਵਾਂਗੇ। ਪਰ ਨਹੀਂ, ਅਸੀਂ ਐਤਵਾਰ ਦਿਨ ਸਾਨੂੰ ਛੁੱਟੀ ਹੁੰਦੀ ਆ, ਛੁੱਟੀ ਵਾਲੇ ਦਿਨ ਅਸੀਂ ਗੱਡੀ ਬਣਾ ਕੇ ਹੀ ਦੇਵਾਂਗੇ।
ਇੱਕ ਚੀਜ਼ ਹੁੰਦੀ ਆ ਨਾ, ਮਕੈਨਿਕ ਜਦੋਂ ਕੰਮ ਕਰਦਾ ਆ ਤੇ ਉਹਦੀ ਸਭ ਤੋਂ ਜ਼ਿਆਦਾ ਧਿਆਨ ਜਿਹੜਾ ਹੁੰਦਾ ਇਸੇ ਗੱਲ 'ਚ ਹੁੰਦਾ, ਇੱਕ ਤਾਂ ਜਿਹੜਾ ਉਹਦੇ ਕੋਲ ਕੋਈ ਰਿਪੇਅਰ ਕਰਵਾਉਣ ਲਈ ਲੈ ਕੇ ਆਇਆ, ਸਰਵਿਸ ਕਰਾਉਣ ਲਈ ਲੈ ਕੇ ਆਇਆ, ਉਹਨੂੰ ਸੰਤੁਸ਼ਟ ਕਰਕੇ ਭੇਜਣਾ ਕਿ ਉਹਦੇ ਜੀ। ਕੋਲ ਗੱਡੀ ਇਦਾਂ ਦੀ ਤੁਹਾਡੇ ਹੱਥ ਲੱਗ ਕੇ ਜਾਣ, ਅਗਲਾ ਕਵੇ ਨਹੀਂ ਮੈਂ ਦੂਸਰੀ ਵਾਰੀ ਵੀ ਉੱਥੇ ਹੀ ਲੈ ਕੇ ਜਾਣੀ ਗੱਡੀ। ਦੂਜੀ ਇਹ ਹੁੰਦੀ ਹੈ ਕਿ ਰੋਜ਼ੀ ਰੋਟੀ ਦਾ ਜੁਗਾੜ ਜਿਹੜਾ ਉਹ ਚੱਲਦਾ ਰਵੇ। ਹਾਂਜੀ ਇਹ ਵਾਲਾ ਕੰਮ ਜਿਹੜਾ ਆ, ਕਿ ਇਸ ਕੰਮ ਨੇ, ਇਹ ਜਿਹੜੀ ਇਨਵੈਂਸ਼ਨ ਤੁਸੀਂ ਕਾਢ ਕੱਢੀ ਹੈ ਜਿਹੜੀ ਤੁਸੀਂ, ਜੀ ਇਹਨੇ ਤੁਹਾਡੇ ਉਸ ਰੋਜ਼ੀ ਰੋਟੀ ਵਾਲੇ ਕੰਮ ਜਾਂ ਗਾਹਕਾਂ ਨੂੰ ਸੰਤੁਸ਼ਟ ਕਰਨ ਵਾਲੇ ਕੰਮ ਤੇ ਕੋਈ ਅਸਰ ਪਾਇਆ, ਜਾਂ ਉਹ ਉਸੇ ਤਰੀਕੇ ਨਾਲ ਚੱਲਦਾ ਰਿਹਾ, ਇਹਦੇ ਲਈ ਤੁਹਾਨੂੰ ਵੱਖਰੇ ਤਰੱਦਦ ਕਰਨੇ ਪਏ? ਸਰ ਇਸ ਤਰ੍ਹਾਂ ਹੈਗਾ ਕਿ ਜਿਸ ਤਰ੍ਹਾਂ ਹੁਣ ਮੈਂ ਇਹ ਗੱਡੀ ਬਣਾਈ ਆ, ਤਾਂ ਮੇਰੇ ਕਸਟਮਰ ਹੈਗੇ ਫੇਸਬੁੱਕ ਤੇ, ਮੇਰੇ ਕਾਫੀ ਫਰੈਂਡ ਹੈਗੇ ਆ, ਉਹ ਸਾਰੇ ਇੰਨਾ ਕੁ ਪਿਆਰ ਦਿੰਦੇ ਆ ਕਿ ਬਹੁਤ ਜ਼ਿਆਦਾ। ਤੇ ਉਹ ਸਮਝ ਕੇ ਮੈਨੂੰ ਕਹਿ ਵੀ ਦਿੰਦੇ ਆ ਕਿ ਯਾਰ ਹੁਣ ਇਹ ਨਾ ਹੋਵੇ ਕਿ ਤੂੰ ਗੱਡੀਆਂ ਦੁਆਲੇ ਹੋ ਜਾਵੇਂ, ਸਾਨੂੰ ਭੁੱਲ ਜਾਏ। ਪਰ ਨਹੀਂ, ਮੇਰੀ ਰੋਜੀ ਆ, ਮੇਰੇ ਮਿੱਤਰ ਪਹਿਲਾਂ ਉਹਨਾਂ ਤੋਂ ਬਾਅਦ ਗੱਡੀ ਆ ਜੀ। ਪਹਿਲਾਂ ਜਿਹੜਾ ਜਿੱਤੋਂ ਅਸੀਂ ਵਧੇ ਆ ਫੁੱਲੇ ਆ, ਅਸੀਂ ਉਹਨੂੰ ਸੋਚਾਂਗੇ। ਇਹ ਤਾਂ ਫਿਰ ਅਸੀਂ ਜਦੋਂ ਛੁੱਟੀ ਵਾਲਾ ਟਾਈਮ ਉਦੋਂ ਬਣਾਵਾਂਗੇ। ਉਦੋਂ ਬਣਾਵਾਂਗੇ। ਤੁਸੀਂ ਕਿ ਜਿਹੜਾ ਬੰਦਾ ਇਸ ਗੱਡੀ 'ਚ ਬੈਠ ਜਾਂਦਾ ਉਹਦਾ ਉੱਠਣ ਨੂੰ ਦਿਲ ਨਹੀਂ ਕਰਦਾ, ਇਸ ਕਰਕੇ ਮੈਂ ਚਾਹੁੰਦਾ ਕਿ ਆਪਾਂ ਖੜ ਕੇ ਕਰ ਲਈਏ, ਕਿਤੇ ਇਹ ਨਾ ਹੋਵੇ ਕਿ ਮੈਂ ਬੈਠਾ ਹੀ ਰਵਾਂ ਇਸ ਗੱਡੀ ਦੇ ਵਿੱਚ ਤੇ ਮੁੜ ਕੇ ਇੰਟਰਵਿਊ ਤੋਂ ਬਾਅਦ ਵੀ ਇੱਥੇ ਬੈਠਾ ਰਵਾਂ, ਮੈਂ ਦੂਸਰਾ ਕੰਮ ਨਾ ਕਰ ਸਕਾਂ। ਆਪਾਂ ਖੜ ਕੇ, ਨਾਲੇ ਕਿਉਂਕਿ ਦਰਸ਼ਕ ਜਿਹੜੇ ਆ ਉਹ ਸਾਡੇ ਦੇਖ ਸਕਦੇ, ਕਿਉਂਕਿ ਗਰਮੀ ਕਾਫੀ ਜ਼ਿਆਦਾ ਹੈ, ਹੁਮਸ ਬਹੁਤ ਜ਼ਿਆਦਾ ਆ, ਤੇ ਨਾਲ ਦੀ ਨਾਲ ਗੱਲਬਾਤ ਵੀ, ਤੇ ਨਾਲ ਦੀ ਨਾਲ ਇਹ ਗੱਡੀ ਵੀ ਕੰਪਲੀਟ ਰੂਪ ਦੇ ਵਿੱਚ ਤੁਹਾਨੂੰ ਜਿਹੜੀ ਆ ਉਹ ਨਜ਼ਰ ਆਉਂਦੀ ਰਹੇਗੀ। ਤੁਸੀਂ ਦੱਸਿਆ ਕਿ ਲੰਬਾ ਸਮਾਂ ਲੱਗਾ, ਦਿਮਾਗ ਦੀ ਵੀ ਉਪਜ ਜਿਹੜੀ ਤੁਹਾਡੇ ਸੀ। ਕਦੀ ਕਦੀ ਇਦਾਂ ਹੁੰਦੇ ਨਾ, ਕਦੀ ਕਦੀ ਸੁਪਨੇ ਹੁੰਦੇ ਕਿ ਮੈਂ ਗੱਡੀ ਲੈਣੀ ਆ, ਜੀ ਸਾਰੇ ਲੈਂਦੇ, ਮੇਰੇ ਵਰਗਾ ਬੰਦਾ ਸੁਪਨਾ ਲੈਂਦਾ ਮੈਂ ਗੱਡੀ ਲੈਣੀ ਆ, ਪਹਿਲਾਂ ਸਕੂਟਰ ਲੈ ਲਿਆ, ਫਿਰ ਮੋਟਰਸਾਈਕਲ, ਫਿਰ ਸੋਚਦੇ ਗੱਡੀ ਲੈਣੀ, ਫਿਰ ਥੋੜੀ ਜਿਹੀ ਵੱਡੀ ਲੈਣੀ ਆ। ਗੱਡੀ ਬਣਾਉਣ ਦਾ ਆਈਡੀਆ ਕਿਸੇ ਦੇ ਦਿਮਾਗ 'ਚ ਨਹੀਂ ਆਉਂਦਾ। ਇਹ ਅਲੱਗਾ ਫੁਰਨਾ ਆ, ਇਹ ਸਿਰਫ ਮਕੈਨਿਕ ਹੋਣ ਦਾ ਕਰਕੇ ਹੀ ਆ ਸਕਦਾ ਹੈ, ਜਾਂ ਆਮ ਬੰਦੇ ਦੇ ਦਿਮਾਗ ਦੇ ਵਿੱਚ ਵੀ ਆਈਡੀਆ ਆ ਨਾ ਸਕਦਾ? ਸਰ, ਆ ਸਕਦਾ ਹੈ, ਵੈਸੇ ਵੀ ਆ ਸਕਦਾ। ਪਰ ਇਸ ਤਰ੍ਹਾਂ ਸੀਗਾ ਕਿ ਜਦੋਂ ਮੈਨੂੰ 30 ਸਾਲ ਹੋ ਗਏ ਜੀ ਕੰਮ ਕਰਦੇ ਨੂੰ। 30 ਸਾਲ ਤੋਂ ਬਾਅਦ ਆਪਣੇ ਮਨ 'ਚ ਇੱਛਾ ਸੀ ਕਿ ਕੋਈ ਇਦਾਂ ਦਾ ਪ੍ਰੋਜੈਕਟ ਬਣਾਇਆ ਜਾਵੇ ਕਿ ਜਿਹੜਾ ਕਿਸੇ ਕੋਲ ਵੀ ਨਾ ਹੋਵੇ। ਜਦੋਂ ਅਸੀਂ ਇਹ ਆਪ ਸ਼ੁਰੂ ਕੀਤਾ ਸੀ ਤਾਂ ਮਨ 'ਚ ਜਿੱਦਾਂ ਲੋਕੀ ਕਹਿੰਦੇ ਚੱਲ ਨਹੀਂ ਤੁਸੀਂ ਐਵੇਂ ਪੈਸੇ ਖਰਾਬ ਕਰੀ ਜਾਂਦੇ ਆ, ਪਰ ਮਨ 'ਚ ਵੀ ਹੋ ਗਿਆ ਸੀ ਯਾਰ ਉਹੀ ਗੱਲ ਨਾ ਹੋਵੇ, ਅਸੀਂ ਪੈਸੇ ਉਹਨਾਂ ਦੇ ਚੱਲੇ ਵੀ ਨਾ। ਜਦੋਂ ਇਹ ਬਣੀ ਆ, ਜਦੋਂ ਇਹ ਚੱਲੀ ਆ, ਤਾਂ ਹਰੇਕ ਦੇ ਮਨ 'ਚ ਇਹ ਹੁੰਦੀ ਸ਼ਾਬਾਸ਼ ਵਾਲਾ ਕੰਮ ਸੀਗਾ ਜੀ ਕਿ ਇਹ ਕੰਮ ਵਧੀਆ ਕੀਤਾ। ਸ਼ਾਬਾਸ਼ ਵਾਲਾ ਕੰਮ ਹੈ, ਇਸੇ ਕਰਕੇ ਅਸੀਂ ਤੁਹਾਡੇ ਕੋਲ ਬਕਾਇਦਾ ਜਿਹੜਾ ਇੱਥੇ ਤੁਹਾਨੂੰ ਇੰਟਰਵਿਊ ਕਰਨ ਦੇ ਲਈ ਆਏ ਹਾਂ। ਜੀ ਜੀ। ਪਰਿਵਾਰ ਦਾ ਕਿੱਦਾਂ ਦਾ ਸਹਿਯੋਗ ਸੀਗਾ? ਕਿਉਂਕਿ ਟੱਬਰ ਟੀਰ ਹਮੇਸ਼ਾ ਸਾਡੇ ਵੀ ਉਦਾਂ ਦੇ ਆ ਤੇ ਤੁਹਾਡੇ ਵੀ ਉਦਾਂ ਦੇ। ਸਾਡੇ ਟੱਬਰ ਵੀ ਕਹਿੰਦੇ ਕਿ ਘੱਟੋ ਘੱਟ ਤਨਖਾਹ ਪੂਰੀ ਲਿਆ ਕੇ ਦੇ ਦਿਓ, ਸਾਨੂੰ ਖਰਚੇ ਚੱਲਦੇ ਰਹਿਣ। ਤੇ ਜੇ ਅਸੀਂ ਕਹਿ ਲਈਏ ਕਿ ਸ਼ੌਕ ਲਈ ਆਹ ਕੰਮ ਕਰਨਾ, ਤੇ ਫਿਰ ਉਹ ਕਹਿੰਦੇ ਉਹਦੇ ਵਿੱਚ ਨੁਕਸਾਨ ਨਾ ਹੋਵੇ ਸਾਡਾ ਆਰਥਿਕ ਤੌਰ ਤੇ। ਕਿੰਨਾ ਕੁ ਸਹਿਯੋਗ ਇਸ ਕਾਰ ਨੂੰ ਬਣਾਉਣ ਦੇ ਵਿੱਚ ਪਰਿਵਾਰ ਦਾ ਸੀ? ਕਿਤੇ ਕਿਹਾ ਤਾਂ ਨਹੀਂ ਹੈ ਕਿ ਕਿਤੇ ਪੈਸੇ ਇੱਧਰਲੇ ਪਾਸੇ ਲਾ ਕੇ ਨਾ ਉਜਾੜ ਦਿਓ? ਨਹੀਂ ਸਰ, ਇਦਾਂ ਦਾ ਕੋਈ ਚੱਕਰ ਨਹੀਂ ਸੀਗਾ। ਤਾਂ ਮੈਂ ਪਹਿਲੀ ਗੱਲ ਤਾਂ ਇਹ ਸੀਗਾ ਕਿ ਮੈਂ ਘਰ ਦੱਸਿਆ ਵੀ ਨਹੀਂ ਸੀਗਾ ਕਿ ਮੈਂ ਗੱਡੀ ਤਿਆਰ ਕਰ ਰਿਹਾ। ਪਰ ਮੈਂ ਗੱਡੀ ਉਦੋਂ ਦੱਸਿਆ ਸੀ ਜਦੋਂ ਇਹਦਾ ਅਸੀਂ ਢਾਂਚਾ ਤਿਆਰ ਕਰ ਲਿਆ ਕਿ ਮੈਂ ਗੱਡੀ ਬਣਾ ਰਿਹਾ। ਪਰ ਘਰ ਵਾਲੋਂ ਮੈਨੂੰ ਕੋਈ ਦਿੱਕਤ ਨਹੀਂ ਸੀਗੀ ਜੀ, ਇਕੱਲਾ ਜੀ ਆਹ ਨਹੀਂ ਕੰਮ ਕਰਨਾ ਜਾਂ ਉਹ ਨਹੀਂ ਕਰਨਾ। ਪਰ ਜਦੋਂ ਉਹਨਾਂ ਨੂੰ ਇਹ ਪਤਾ ਸੀ ਕਿ ਜੋ ਵੀ ਕੰਮ ਕਰਨਾ ਦਿਮਾਗ ਨਾਲ ਵਧੀਆ ਹੀ ਕਰਨਾ ਵਾ, ਐਦਾਂ ਦਾ ਕੰਮ ਆਪਣਾ ਹੈਗਾ ਕਿ ਹਾਲੇ ਤੱਕ ਵੀ ਅਸੀਂ ਕੋਈ ਕੰਮ ਕਰਦੇ ਹਾਂ ਤੇ ਗਾਹਕ ਸਾਡੀ ਦੁਕਾਨ ਤੇ ਹੀ ਵਾਰ-ਵਾਰ ਮੁੜ ਕੇ ਆਊਗਾ। ਕੰਮੇ ਸਾਡਾ ਕਿੰਨਾ ਸਾਫ ਸੁਥਰਾ ਜੀ। ਸਾਫ ਸੁਥਰਾ। ਇਹ ਤਾਂ ਗੱਲਾਂ ਸੀਗੀਆਂ ਨਾਰਮਲ ਜੀਆਂ, ਮੈਂ ਜਿਸ ਤਰੀਕੇ ਨਾਲ ਗੱਲ ਕਰਦਾ ਵੀ ਚਲੋ ਆਪਾਂ ਥੋੜਾ ਜਿਹਾ ਇੱਕ ਦੂਜੇ ਨਾਲ ਫਲੂਐਂਟ ਹੋ ਜਾਈਏ, ਫਰੈਂਡਲੀ ਹੋ ਜਾਈਏ, ਥੋੜੀਆਂ ਜਿਹਾ ਤਕਨੀਕੀ ਗੱਲਾਂ ਵੀ ਕਰ ਲੈਂਦੇ ਇਸ ਗੱਡੀ ਨੂੰ ਲੈ ਕੇ। ਕਿਉਂਕਿ 2 ਵੀਲਰ ਨੂੰ 4 ਵੀਲਰ ਦੇ ਵਿੱਚ ਕਨਵਰਟ ਕਰਨਾ, ਤਬਦੀਲ ਕਰਨਾ, ਫਿਰ ਉਹਨੂੰ ਸੱਚੀ ਹੋਈ ਸੜਕ ਦੇ ਉੱਤੇ ਚਲਾਉਣਾ, ਤੇ ਚਲਾਉਣ ਦੇ ਵਿੱਚ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ, ਜਿਹੜੀ ਬਿਜਲੀ ਆ ਉਹ ਕਰੰਟ ਜਿਹੜਾ ਆ ਸਹੀ ਜਗ੍ਹਾ ਤੇ ਠੀਕ ਤਰੀਕੇ ਨਾਲ ਪਹੁੰਚੇ, ਪੈਟਰੋਲ ਦੀ ਸਪਲਾਈ, ਤੇਲ ਦੀ ਸਪਲਾਈ ਠੀਕ ਹੋਵੇ, ਇੰਜਣ ਸਹੀ ਤਰੀਕੇ ਨਾਲ ਕੰਮ ਕਰੇ। ਉਹ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਉਹਦਾ ਸਮਨਵੈ ਬਿਠਾਇਆ, ਉਹਦੇ ਬਾਰੇ ਕੋਈ ਸਟੱਡੀ ਕੀਤੀ, ਕੁਝ ਐਕਸਪੈਰੀਮੈਂਟ ਕੀਤੇ, ਤਾਂ ਕਰਕੇ ਕਿਹੜੀਆਂ ਚੀਜ਼ਾਂ ਕਿੱਦਾਂ ਇਸਤੇਮਾਲ ਕੀਤੀਆਂ, ਇਹ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸ ਦਿਓ। ਸਰ ਇਸ ਤਰ੍ਹਾਂ ਸੀਗਾ ਕਿ ਤਕਨੀਕ ਇਵੇਂ ਸੀਗੀ ਕਿ ਮੇਰੇ ਦਿਮਾਗ 'ਚ ਇਹ ਗੱਲ ਹੁੰਦੀ ਸੀ ਕੋਈ ਨਾ ਕੋਈ ਗੱਡੀ ਬਣਾਉਣੀ ਆ। ਕਿ ਜਿੱਦਾਂ ਇਹ ਇੱਦਾਂ ਦਾ ਕੰਮ ਹੋ ਜਾਂਦਾ ਸੀਗਾ, ਅਸੀਂ ਨਾ ਇਹਦੇ ਸਟੀਅਰਿੰਗ ਤੇ ਅੜ ਗਏ ਸੀ ਕਿ ਸਟੀਅਰਿੰਗ ਕਿਵੇਂ ਦਈਏ ਇਹਨੂੰ, ਕਿ ਸਟੀਅਰਿੰਗ ਦੇ ਵਿੱਚ ਇਸ ਤਰ੍ਹਾਂ ਹੋਵੇ ਕਿ ਟਾਇਰ ਅਪ ਡਾਊਨ ਵੀ ਹੋਣ, ਇਹ ਨਾ ਹੋਵੇ ਟੋਏ 'ਚ ਡਿੱਗੀ ਹੋਵੇ ਗੱਡੀ ਗਾਂ ਤੁਰੇ ਨਾ। ਪਰ ਬਸ ਰਾਤ ਨੂੰ ਵੀ ਜਿੱਦਾਂ ਘਰ ਆ ਜਾਣਾ, ਰੋਟੀ ਖਾਂਦੇ ਵੀ ਦਿਮਾਗ 'ਚ ਇਹ ਹੋਣਾ ਕਿ ਅਸੀਂ ਕਿੱਦਾਂ ਕਰੀਏ, ਇਹਨੂੰ ਕਿਵੇਂ ਬਣਾਈਏ। ਜਿੰਨਾ ਚਿਰ ਇਹ ਗੱਡੀ ਬਣੀ ਨਹੀਂ ਆਪਾਂ ਨੂੰ ਚੈਨ ਨਹੀਂ ਆਈ ਜੀ। ਜਿਸ ਦਿਨ ਬਣ ਗਈ, ਸਾਰੀ ਕੰਪਲੀਟ ਹੋ ਗਈ, ਥੋੜਾ ਬਹੁਤਾ ਹਾਲੇ ਫੀਚਰ ਰਹਿੰਦੇ ਤੇ ਕਰਨ ਵਾਲੇ, ਪਰ ਜਦੋਂ ਬਣਾਈ ਜੀ ਵਧੀਆ ਹੋ ਗਿਆ। ਜਿੰਨੇ ਵੀ ਕਹਿੰਦੇ ਐਨ ਇਹ ਬਣਨਾ। ਫਿਰ ਇੰਜਨ ਦੀ ਪਿਕਅਪ ਦੇਖੀ ਕਿੱਦਾਂ ਹੋ ਸਕਦੀ ਆ, ਕਿ ਦੋਹਾਂ ਟਾਇਰਾਂ ਨੂੰ ਜੋੜ ਕੇ ਪਿਕਅਪ ਬਣੂਗੀ ਜਾਂ ਇੱਕ ਨੂੰ ਬਣੂਗੀ। ਅਸੀਂ ਫਿਰ ਇੱਕ ਤੇ ਹੀ ਜੋ ਲੋਡ ਪਾਇਆ ਤੇ ਬਹੁਤ ਵਧੀਆ ਚੱਲ ਰਹੀ ਆ। ਹਾਲੇ ਬੈਕ ਗੇਅਰ ਤੇ ਅਸੀਂ ਇਹਦੀ ਬੈਟਰੀ ਲਾਵਾਂਗੇ ਹੋਰ। ਅੱਛਾ, ਬੈਕ ਗੇਅਰ ਅਜੇ ਨਹੀਂ ਇਹਦਾ ਕੰਮ ਕਰ ਰਿਹਾ, ਤੇ ਉਹ ਬਾਕੀ ਚੀਜ਼ਾਂ ਕਰਨੀ। ਤੇ ਔਰ
ਇੱਕੋ ਟਾਇਰ ਜਿਹੜਾ ਇਸ ਸਮੇਂ ਚਾਰਾਂ ਦੇ ਵਿੱਚੋਂ ਜਿਹੜਾ ਉਹ ਹਾਂਜੀ, ਇੰਜਨ ਦੇ ਨਾਲ ਕੰਮ ਕਰਦਾ ਪਿਆ, ਉਹਦੇ ਨਾਲ ਜਿਹੜੀ ਇਹ ਚੱਲਦੀ ਪਈ ਆ ਕਾਰ। ਜੀ ਇੱਕ ਟਾਇਰ ਕੰਮ ਕਰਦਾ ਜੀ। ਉੱਤੇ ਉਹਦੀ ਜੇ ਅਸੀਂ 100 ਸੀਸੀ ਇੰਜਣ ਆ ਜੀ, ਜੇ ਅਸੀਂ ਦੋਵੇਂ ਟਾਇਰਾਂ ਦੀ ਪਿਕਅਪ ਕਰਦੇ ਇਹਦੀ ਰੇਸ ਨਹੀਂ ਸੀ ਬਣਨੀ, ਹੂੰ ਕਿਉਂਕਿ ਅਸੀਂ ਹੁਣ ਇੱਕ ਟਾਇਰ ਦੇ ਕਰਨ ਨਾਲ ਐਵੇਂ ਦਿਮਾਗ ਤਾਂ ਦੇਖੋ ਜੀ ਬਚਪਨ ਤੋਂ ਹੀ ਮਕੈਨਿਕੀ ਲੈਣੇ ਵਾਲੇ ਪਾਸੇ ਸੀਗਾ। ਹੂੰ ਤੇ ਉਹ ਫਿਰ ਜਿੱਦਾਂ ਜਿੱਦਾਂ ਆਈਡੀਆ ਆਉਂਦੇ ਰਹੇ ਬਣਾਉਂਦੇ ਰਹੇ। ਕੁਛ ਨਾਲ ਵੈਲਡਿੰਗ ਵਾਲਾ ਦਾ ਸਹਿਯੋਗ ਸੀਗਾ ਕਿ ਚਲੋ ਇੱਕ ਬੰਦੇ ਦੀ ਰਾਏ ਹੁੰਦੀ ਨੇ ਇਹਨੂੰ ਇਦਾਂ ਕਰ ਲਈਏ। ਅਗਲਾ ਕਹਿੰਦਾ ਨਹੀਂ ਭਾਜੀ ਅਸੀਂ ਇਦਾਂ ਕਰੀਏ ਉਹ ਤਾਂ ਵਧੀਆ ਬਣ ਜਾਣਾ। ਪਰ ਅਸੀਂ ਐਵੇਂ ਕਰ ਕਰਕੇ 3 ਦਿਨਾਂ 'ਚ ਗੱਡੀ ਤਿਆਰ ਕੀਤੀ ਸੀ ਤੇ ਸਾਨੂੰ 12-13 ਦਿਨ ਲੱਗ ਗਏ ਸੀ ਸਮਾਨ ਇਕੱਠਾ ਕਰਨ ਨੂੰ। 3 ਦਿਨ 'ਚ ਤੁਸੀਂ ਗੱਡੀ ਜਿਹੜੀ ਆ ਉਹ ਤਿਆਰ ਕਰ ਲਈ ਆ। ਹਾਂਜੀ ਖਾਕਾ ਤੁਹਾਡੇ ਦਿਮਾਗ 'ਚ ਪਹਿਲਾਂ ਕਾਫੀ ਲੰਬੇ ਸਮੇਂ ਤੋਂ ਕਾਫੀ ਸਮੇਂ ਚੱਲਦਾ ਸੀਗਾ ਜੀ। ਤੇ ਉਹਨੂੰ ਕਹਿ ਸਕਦੇ ਕਿ ਸੁਪਨੇ ਨੂੰ ਸਾਕਾਰ ਰੂਪ ਦੇਣ ਦੇ ਵਿੱਚ ਜਿਹੜਾ ਉਹ ਤੁਸੀਂ ਇੰਨਾ ਸਮਾਂ ਘੱਟੋ ਘੱਟ ਜਿਹੜਾ ਉਹ ਲੱਗ ਗਿਆ। ਹੁਣ ਜਦੋਂ ਸਾਕਾਰ ਹੋ ਗਿਆ ਇਹ ਸੁਪਨਾ, ਹੁਣ ਮੇਰਾ ਖਿਆਲ ਹੈ ਕਿ ਸਿਰਫ ਪਾਲਿਸ਼ਿੰਗ ਰਹਿੰਦੀ ਹੈ ਜੀ। ਜਾਂ ਕੁਝ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦਾ ਕਿ ਨਹੀਂ ਇਹਦੇ ਵਿੱਚ ਕੁਝ ਐਕਸਟਰਾ ਵੀ ਹੋਣਾ ਚਾਹੀਦਾ, ਜੀ, ਆਹ ਜੀ। ਚੀਜ਼ਾਂ ਵੀ ਹੋਣੀਆਂ ਚਾਹੀਦੀਆਂ, ਹਾਂਜੀ, ਹਾਂਜੀ, ਉਹ ਬਾਕੀ ਹੈ। ਤੇ ਉਮੀਦ ਕਦੋਂ ਤੱਕ ਰੱਖੀਏ ਕਿ ਇੱਕ ਕੰਪਲੀਟ ਰੂਪ ਦੇ ਵਿੱਚ ਇੱਕ ਪੂਰੀ ਗੱਡੀ ਜਿਹੜੀ ਤੁਹਾਨੂੰ ਲੱਗਦਾ ਕਿ ਅਜੇ ਅਧੂਰੀ ਆ ਪੂਰੀ ਹੋ ਜਾਏਗੀ? ਸਾਨੂੰ ਤਾਂ ਲੱਗਦਾ ਕਿ ਪੂਰੀ ਆ, 4 ਟਾਇਰ ਆ ਗਏ, ਕਿਉਂਕਿ ਜਿੰਨੀ ਕੋ ਸਾਡੀ ਜਾਣਕਾਰੀ ਹੈ ਨਾ 4 ਟਾਇਰ ਲੱਗ ਗਿਆ ਤੇ ਸੜਕ ਤੇ ਚੱਲਦੀ ਹੈ ਤੇ ਸਾਡੇ ਲਈ ਉਹ ਗੱਡੀ ਹੋ ਗਈ। ਜੀ ਤੁਹਾਡੇ ਮੁਤਾਬਕ ਹੁਣ ਕਿੰਨਾ ਕੁ ਟਾਈਮ ਹੋਰ ਲੱਗੇਗਾ ਇਹਨੂੰ ਤੁਹਾਡੀ ਕੰਪਲੀਟ ਗੱਡੀ ਬਣਨ ਦੇ ਵਿੱਚ? ਸਰ ਇਸ ਤਰ੍ਹਾਂ ਹੈਗਾ ਕੰਪਲੀਟ ਕਰਨ 'ਚ ਤਾਂ ਵੱਧ ਤੋਂ ਵੱਧ ਮੈਂ 2 ਜਾਂ 3 ਦਿਨ ਲੱਗਣਗੇ। ਪਰ ਹਾਲੇ ਤੱਕ ਜਿਹੜੇ ਮੇਰੇ ਵੀਰਾਂ ਦਾ ਮੈਨੂੰ ਫੋਨ ਆਉਂਦਾ ਆ ਕਿ ਸਾਨੂੰ ਵੀ ਗੱਡੀ ਬਣਾ ਕੇ ਦਿਓ। ਕੁਝ ਬੰਦੇ ਅਪਾਇਜ ਹੈਗੇ 2-3 ਮੇਰੇ ਮਿੱਤਰ ਕਹਿ ਸਕਦੇ ਤੁਸੀਂ, ਕਿਉਂਕਿ ਫਸਟ ਟਾਈਮ ਉਹਨਾਂ ਦਾ ਮੈਨੂੰ ਫੋਨ ਆਇਆ। ਪਹਿਲਾਂ ਉਹਨਾਂ ਦੀ ਹੀ ਇੱਛਾ ਪੂਰੀ ਕੀਤੀ ਜਾਊਗੀ। ਇਹ ਤਾਂ ਆਪਣੇ ਕੋਲੇ ਰਹਿਣੀ ਹੈ, ਜਦੋਂ ਮਰਜ਼ੀ ਕੱਟ ਵੱਢ ਕੇ ਕੁਝ ਵੀ ਬਣਾ ਸਕਦੇ ਅਸੀਂ। ਇਹ ਮੇਰਾ ਖਿਆਲ ਹੈ ਕਿ ਬਹੁਤ ਦਿਲਚਸਪ ਗੱਲ ਹੈ। ਪ੍ਰਸਿੱਧੀ ਪ੍ਰਾਪਤ ਕਰਨ ਲਈ ਬਹੁਤ ਸਾਰੇ ਲੋਕ ਬਹੁਤ ਕੁਝ ਕਰ ਜਾਂਦੇ ਆ ਤੇ ਕਈਆਂ ਦੇ ਮਨਾਂ ਦੇ ਅੰਦਰ ਜਜ਼ਬਾ ਵੀ ਹੁੰਦਾ ਕੁਝ ਨਵਾਂ ਕਰਨ ਦਾ। ਜਿੰਦਰ ਹੋਰਾਂ ਦੇ ਮਨ ਦੇ ਵਿੱਚ ਜਜ਼ਬਾ ਸੀਗਾ ਆਪਣੀ ਕਾਰ ਬਣਾਉਣ ਦਾ। ਪਰ ਜਦੋਂ ਜਿੰਦਰ ਜੀ ਤੁਹਾਡੀ ਇਹ ਗੱਲ ਸੁਣਦਾ ਕਿ ਇਹ ਕਾਰ ਬਣਾਉਣ ਤੋਂ ਬਾਅਦ ਤੁਹਾਡੀ ਪਹਿਲ ਉਹਨਾਂ ਲੋਕਾਂ ਲਈ ਹੈ ਜਿਹੜੇ ਲੋਕ ਸਰੀਰਕ ਤੌਰ ਤੇ ਕਿਸੇ ਨਾ ਕਿਸੇ ਚੀਜ਼ੋਂ ਜਿਹੜੇ ਆ ਉਹ ਅਣਹੋਂਦ ਰੱਖਦੇ ਆ, ਘਾਟ ਰੱਖਦੇ ਆ, ਭਾਵੇਂ ਉਹ ਕੁਦਰਤੀ ਹੈ ਤੇ ਭਾਵੇਂ ਕਿਸੇ ਹਾਦਸੇ ਦਾ ਕਾਰਨ ਹੋਈ ਹੈ। ਮੈਨੂੰ ਲੱਗਦਾ ਕਿ ਇਹ ਵੀ ਗੱਲ ਦੱਸਦੀ ਹੈ ਕਿ ਜਿੰਦਰ ਦੇ ਅੰਦਰ ਕੱਲਾ ਮਕੈਨਿਕ ਨਹੀਂ ਵਸਦਾ, ਇੱਕ ਸੱਚਾ ਸੁੱਚਾ ਇਨਸਾਨ ਵੀ ਵਸਦਾ ਆ। ਬਸ ਇਸ ਤਰ੍ਹਾਂ ਸੀਗਾ ਕਿ ਜਿੱਦਾਂ ਮੇਰੇ ਵੀਰਾਂ ਦਾ ਫੋਨ ਆਉਂਦਾ ਕਿ ਜਿੱਦਾਂ ਕੋਈ ਕਹਿ ਦਿੰਦਾ ਭਾਜੀ ਮੈਨੂੰ ਕੋਈ ਗੱਡੀ ਬਣਾ ਕੇ ਦਿਓ, ਕਿ ਮੇਰੇ ਜਾਂ ਹੱਥ ਨਹੀਂ ਚੱਲਦੇ ਜਾਂ ਪੈਰ ਨਹੀਂ ਚੱਲਦੇ। ਮੇਰਾ ਸਭ ਤੋਂ ਪਹਿਲਾਂ ਉਹਨੂੰ ਇਸੇ ਕਰਕੇ ਹੁੰਦਾ ਕਿ ਵੀਰ ਪਹਿਲਾਂ ਮੈਨੂੰ ਮਿਲ, ਕਿਉਂਕਿ ਬੰਦਾ ਅਗਲੇ ਦੀ ਬਾਡੀ ਦੇਖਦਾ ਕਿਹੜਾ ਕੰਮ ਕਿੱਦਾਂ ਹੋ ਸਕਦਾ। ਜੇ ਸਾਡੀ ਅਗਲੇ ਦੇ ਨਹੀਂ ਪੈਰ ਚੱਲਦੇ ਅਸੀਂ ਹੱਥ 'ਚ ਬ੍ਰੇਕ ਔਰ ਰੇਸ ਦੇ ਸਕਦੇ ਹਾਂ। ਉਹਦੇ ਵਿੱਚ ਕੀ ਆ ਕਿ ਸਾਨੂੰ ਜਿੱਦਾਂ ਸਟੀਅਰਿੰਗ ਅਸੀਂ ਮਰੂਤੀ ਦਾ ਲਾਇਆ, ਉਹਦੇ ਵਿੱਚ ਸਾਨੂੰ ਹੈਂਡਲ ਲਾਉਣਾ ਪੈਣਾ ਕੋਈ ਕਿ ਜਿਹੜਾ ਉਹ ਬੰਦਾ ਆਪਣੇ ਹੱਥਾਂ ਨਾਲ ਰੇਸ ਵੀ ਦੇ ਸਕਦਾ, ਬ੍ਰੇਕ ਵੀ ਲਾ ਸਕਦਾ। ਕਈਆਂ ਦੇ ਕੀ ਹੁੰਦਾ ਕਿ ਪੈਰਾਂ ਦੀ ਹੱਥਾਂ ਦੀ ਪ੍ਰੋਬਲਮ ਹੁੰਦੀ ਹੈ, ਪੈਰਾਂ 'ਚ ਨਹੀਂ ਹੁੰਦੀ। ਉਹਦੇ ਹਿਸਾਬ ਨਾਲ ਅਸੀਂ ਗੱਡੀ ਬਣਾ ਕੇ ਦੇਵਾਂਗੇ। ਇਹਦਾ ਮਤਲਬ ਮੈਂ ਇਹ ਅੰਦਾਜ਼ਾ ਲਾ ਰਿਹਾ ਜਿਹੜਾ ਤੁਹਾਡੀ ਗੱਲਬਾਤ ਤੋਂ ਇਹ ਸਹੀ ਆ ਕਿ ਤੁਸੀਂ ਇਸ ਤੋਂ ਪਹਿਲਾਂ ਜਿਹੜੇ ਤੁਹਾਡੇ ਦੁਕਾਨ ਤੇ ਕੋਈ ਕਿਸੇ ਤਰੀਕੇ ਨਾਲ ਅੰਗਹੀਣ ਬੰਦਾ ਆਉਂਦਾ ਸੀਗਾ, ਸਕੂਟਰ ਮੋਟਰਸਾਈਕਲ ਨੂੰ ਕਿਸੇ ਤਰੀਕੇ ਨਾਲ ਮੋਡੀਫਾਈ ਕਰਨ ਦੇ ਲਈ ਤੁਹਾਡੇ ਕੋਲ ਮੰਗ ਰੱਖਦਾ ਸੀਗਾ ਤੇ ਤੁਸੀਂ ਪਹਿਲਾਂ ਉਹਨਾਂ ਕੰਮਾਂ ਨੂੰ ਕੀਤਾ ਆ ਤੇ ਉਸ ਤੋਂ ਬਾਅਦ ਉਹ ਹੌਲੀ-ਹੌਲੀ ਚੀਜ਼ਾਂ ਇਸ ਕਾਰ ਦੇ ਰੂਪ ਦੇ ਵਿੱਚ ਡਿਵੈਲਪ ਹੋ ਗਈਆਂ? ਜੀ ਸਰ, ਮੈਨੂੰ ਕੋਲ ਇੱਕ ਹੈਗਾ ਅੰਗਹੀਣ, ਉਹ ਕਹਿ ਰਿਹਾ ਕਿ ਮੈਂ ਗੱਡੀ ਚਲਾ ਲੈਣਾ, ਕਾਰ ਚਲਾ ਲੈਣਾ, ਕਿ ਮੈਂ ਕੋਈ ਨੇ ਬਾਹਰੋਂ ਗੱਡੀ ਮੰਗਾਈ ਸੀ ਇਲੈਕਟ੍ਰੋਨਿਕ, ਕਿ ਜਿਹੜੀ ਉਹ ਬੈਟਰੀ ਤੇ ਚੱਲਦੀ ਸੀ। ਪਰ ਉਹਨੇ ਜਦੋਂ ਮੇਰੀ ਇਹ ਗੱਡੀ ਦੇਖੀ ਉਹਦੇ ਵੀ ਮਨ 'ਚ ਆਇਆ ਕਿ ਮੈਨੂੰ ਵੀਰ ਇਹਦੇ ਨਾਲ ਦੀ ਬਣਾ ਕੇ ਦੇ। ਉਹਨੂੰ ਜਦੋਂ ਆਊਗਾ ਮੇਰੇ ਕੋਲ, ਹੁਣ ਮਿਲਣਾ ਉਹਨਾਂ ਨੇ ਮੈਨੂੰ, ਜਦੋਂ ਮੇਰੇ ਕੋਲ ਆਉਣਗੇ ਉਹਨਾਂ ਨੂੰ ਇਹਦੇ ਨਾਲ ਦੀ ਗੱਡੀ ਤਿਆਰ ਕਰਕੇ ਦਿੱਤੀ ਜਾਊਗੀ। ਅੱਛਾ, ਬਹੁਤ ਸਾਰੀਆਂ ਚੀਜ਼ਾਂ ਸਾਡੇ ਮੁਲਕ ਦੇ ਵਿੱਚ ਜੇ ਕਿਸੇ ਨੇ ਇਸ ਤਰੀਕੇ ਨਾਲ ਅਲੋਕਾਰ ਕਾਰਡ ਕੱਢੀ ਹੋਵੇ ਤੇ ਉਹਨੂੰ ਪੇਟੈਂਟ ਕਰਵਾਉਣਾ ਪੈਂਦਾ ਕਿ ਤੁਹਾਡਾ ਆਈਡੀਆ ਓਰੀਜਨਲ ਹੈ ਤੇ ਤੁਹਾਡੇ ਕੋਲ ਹੀ ਰਹੇਗਾ, ਕੋਈ ਉਹਨੂੰ ਕਾਪੀ ਨਹੀਂ ਕਰ ਸਕਦਾ। ਕੋਈ ਇਰਾਦਾ ਇਦਾਂ ਦਾ ਹੈ ਕਿ ਇਸ ਆਈਡੀਆ ਨੂੰ, ਇਸ ਕਨਸੈਪਟ ਨੂੰ ਤੁਸੀਂ ਜਿਹੜਾ ਪੇਟੈਂਟ ਕਰਵਾਉਣਾ ਹੈ ਤੇ ਪੇਟੈਂਟ ਕਰਵਾ ਕੇ ਆਪ ਹੀ ਇਸ ਤਰੀਕੇ ਦੀ ਗੱਡੀ ਬਣਾਉਣੀ ਹੈ ਤੇ ਜੇ ਕੋਈ ਕੰਪਨੀ ਤੁਹਾਨੂੰ ਸਹਿਯੋਗ ਦੇਵੇ ਤੇ ਫਿਰ ਇਹ ਵੱਡੇ ਪੱਧਰ ਤੇ ਵੀ ਪ੍ਰੋਜੈਕਟ ਹੋ ਸਕਦਾ, ਕਿਉਂਕਿ ਕੀਮਤ ਤੁਸੀਂ ਦੱਸਿਆ ਬਹੁਤ ਥੋੜੀ ਕੀਮਤ ਦੇ ਵਿੱਚ ਇਹ ਬਣੀ ਹੈ? ਵੱਧ ਤੋਂ ਵੱਧ ਜੀ ਮੇਰਾ 30-35 ਹਜ਼ਾਰ ਰੁਪਇਆ ਖਰਚਾ ਆਇਆ ਆ। ਬਾਕੀ ਜੇ ਤਾਂ ਕੋਈ ਸਾਨੂੰ ਕੰਪਨੀ ਕੋ ਆਫਰ ਕਰਦੀ ਆ ਅਸੀਂ ਸੋਚਾਂਗੇ ਉਹਦੇ ਬਾਰੇ ਵੀ। ਪਰ ਮੇਰੇ ਨਾਲ ਮੇਰੇ 5 ਮੁੰਡੇ ਮੇਰੇ ਕੋਲ ਕੰਮ ਕਰਦੇ ਆ, ਪਹਿਲ ਉਹਨਾਂ ਦੀ ਆ ਜੀ। ਹਾਂਜੀ। ਪੇਟੈਂਟ ਕਰਵਾ ਰਹੇ ਹੋ ਆਪਣੇ ਇਸ ਆਈਡੀਆ ਨੂੰ? ਹਾਂਜੀ ਬਿਲਕੁਲ ਜੀ, ਬਿਲਕੁਲ ਜੀ। ਪੇਟੈਂਟ ਕਰਵਾ ਕੇ ਫਿਰ ਤੁਸੀਂ ਆਪਣੇ ਤਰੀਕੇ ਨਾਲ ਇਹਦਾ ਕੰਮ ਜਿਹੜਾ ਕਰ ਸਕਦੇ। ਤੁਸੀਂ ਕਹਿੰਦੇ 35 ਹੈ ਤੇ ਜੇ ਮੰਨ ਲਈਏ ਕਿ 15 ਕੁ ਹਜ਼ਾਰ ਉਹ ਫਿਨਿਸ਼ਿੰਗ ਜਿਹੜੀ ਆ ਉਹਦੇ ਤੇ ਲੱਗ ਜਾਵੇ, ਘੱਟੋ ਘੱਟ 50,000 ਦੇ ਵਿੱਚ ਇੱਕ ਬਹੁਤ ਵਧੀਆ ਗੱਡੀ ਜਿਹੜੀ ਆ ਇਹ ਤਿਆਰ ਹੋ ਸਕਦੀ ਹੈ। 50,000 'ਚ ਤਾਂ ਸਰ ਇੰਨਾ ਕੁ ਵਧੀਆ ਬਣ ਜਾਣੀ ਹੈ, ਜਿੱਦਾਂ ਆਪਾਂ ਰਿਵਰਸ ਗੇਅਰ ਵੀ ਲਾ ਦੇਣਾ ਵਾ ਇਹਨੂੰ, ਜਾਂ ਹੋਰ ਜਿੱਦਾਂ ਵਿੰਡੋ ਵਗੈਰਾ ਤਾਕੀਆਂ ਤੁਕੀਆਂ ਲੱਗਣਗੀਆਂ ਤੇ ਸਾਈਡ ਸ਼ੀਸ਼ੇ ਵਗੈਰਾ ਲੱਗਣਗੇ ਕਿ ਜਿੱਦਾਂ ਮਤਲਬ ਨਹੀਂ ਕੋਈ ਪਿੱਛੇ ਬੈਕ ਦੇਖ ਸਕਦਾ, ਸ਼ੀਸ਼ੇ ਰਾਹੀਂ ਪਿੱਛੇ ਦੇਖ ਸਕਦਾ, ਇੰਡੀਕੇਟਰ ਵਗੈਰਾ ਹੋਰ ਬੜੀਆਂ ਉਹ ਚੀਜ਼ਾਂ ਹੈਗੀਆਂ ਕਰਨ ਵਾਲੀਆਂ, ਉਹ ਸਾਰੀਆਂ ਕਰ ਦਿੱਤੀਆਂ ਜਾਣਗੀਆਂ ਜੀ। ਤੁਹਾਡੀ ਇਸ ਕਾਰਡ ਤੋਂ ਬਾਅਦ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਪ੍ਰਸ਼ਾਸਨ ਦੀ ਗੱਲ ਕਰ ਲਈਏ
ਜਾਂ ਸਰਕਾਰ ਦੇ ਨੁਮਾਇੰਦਿਆਂ ਦੀ ਗੱਲ ਕਰ ਲਈਏ, ਉਹਨਾਂ ਵੱਲੋਂ ਕੋਈ ਹੁੰਗਾਰਾ, ਕੋਈ ਵਧਾਈ ਸੰਦੇਸ਼, ਕੋਈ ਤੁਹਾਨੂੰ ਸ਼ਾਬਾਸ਼ ਜਿਹੜੀ ਆ ਉਹ ਪਹੁੰਚੀ ਹੈ? ਸਰ ਹਾਲ ਤੱਕ ਨਹੀਂ, ਕਿਉਂਕਿ ਥੋੜੇ ਕੁ ਸਮੇਂ ਤੋਂ ਹੀ ਮੈਂ ਬਾਜ਼ਾਰ 'ਚ ਲਿਜਾਣ ਲੱਗਾ ਇਹਨੂੰ ਜੀ। ਮੇਰਾ ਖਿਆਲ ਹਫਤਾ ਕੁ ਹੋਇਆ ਜੀ ਮੈਨੂੰ ਬਾਜ਼ਾਰ 'ਚ ਲਿਆਂਦੇ। ਮੈਂ ਦੁਕਾਨ ਤੇ ਇੱਥੇ ਜਾਂਦਾ ਜੀ, ਦੁਕਾਨ ਤੇ ਇੱਥੇ ਜਾਂਦਾ। ਜਦੋਂ ਅਸੀਂ ਖੜੀ ਕਰਕੇ ਆਪਣੀ ਸ਼ਾਪ ਤੇ ਆਨੇ ਆ, ਉਹ ਜਦੋਂ ਇਹ ਖੜੀ ਆ ਤਾਂ ਹਰੇਕ ਬੰਦਾ ਇੱਥੇ ਬਹਿ ਕੇ ਫੋਟੋ ਖਿਚਾਉਂਦਾ, ਉਹ ਨਵੀਂ ਚੀਜ਼ ਦੇਖਦਾ ਕਿ ਯਾਰ ਹੈ ਕੀ ਆ। ਫਿਰ ਪੁੱਛਦਾ ਭਾਜੀ ਇਹ ਕਿੱਥੋਂ ਲਿਆਂਦੀ ਆ। ਜਦੋਂ ਅਸੀਂ ਉਹਨਾਂ ਨੂੰ ਇਹ ਦੱਸੀਦਾ ਕਿ ਅਸੀਂ ਆਪ ਬਣਾਈ ਆ, ਤੇ ਕਈਆਂ ਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਕਿ ਇਹ ਬਣਾ ਸਕਦੇ ਆ, ਪਰ ਜਦੋਂ ਉਹਨਾਂ ਨੇ ਦੇਖੀ ਇਹ ਬਣਾਈ ਆ, ਉਹ ਫਿਰ ਬਹੁਤ ਖੁਸ਼ ਹੁੰਦੇ ਆ ਜੀ। ਜਿੰਦਰ ਨੇ ਪੜ੍ਹਾਈ ਕਿੰਨੀ ਕੁ ਕੀਤੀ ਹੈ? ਸਰ ਮੈਂ ਮੈਟ੍ਰਿਕ ਪਾਸ ਆ ਜੀ। ਇਹ ਮੈਟ੍ਰਿਕ ਪਾਸ ਵਿਅਕਤੀ ਜਿਹੜਾ ਆ ਉਹ ਇੱਕ ਕਾਰ ਬਣਾਉਂਦਾ ਆ, ਇਹਦੇ ਵਾਸਤੇ ਬੜੀਆਂ ਵੱਡੀਆਂ ਪੜ੍ਹਾਈਆਂ ਪੜ੍ਹੀਆਂ ਜਾਂਦੀਆਂ। ਆਮ ਤੌਰ ਤੇ ਕੰਪਨੀਆਂ ਦੇ ਵਿੱਚ ਕਹਿੰਦੇ ਕਹਾਉਂਦੇ ਇੰਜੀਨੀਅਰ, ਹਰ ਇੱਕ ਦਾ ਆਪਣਾ ਆਪਣਾ ਕੰਮ, ਤੇ ਉਹ ਕੰਮ ਕਰਦੇ ਨੇ। ਜੇ ਮੈਟ੍ਰਿਕ ਪੜ੍ਹੇ ਹੋ ਤੁਸੀਂ ਤੇ ਤੁਹਾਡੀ ਸੋਚ ਦਾ ਘੇਰਾ ਕਿੱਡਾ ਵਿਸ਼ਾਲ ਹੈ, ਇਸ ਗੱਲ ਤੋਂ ਅੰਦਾਜ਼ਾ ਹੋ ਜਾਂਦਾ ਕਿ ਤੁਸੀਂ ਜਿਹੜੀ ਆ ਉਹ ਕਾਰ ਬਣਾਤੀ ਹੈ। ਵੈਸੇ ਜਦੋਂ ਅਸੀਂ ਇਹ ਚੀਜ਼ਾਂ ਦੇਖਦੇ ਨਾ, ਟੈਕਨੀਕਲੀ ਸੋਲਿਡ ਹੋਣਾ ਜਾਂ ਥੋੜਾ ਸੂਝਵਾਨ ਹੋਣਾ, ਕਿਤਾਬੀ ਜਿਹੜੀ ਪੜ੍ਹਾਈ ਹੁੰਦੀ ਹੈ, ਮੇਰਾ ਖਿਆਲ ਹੈ ਕਿ ਉਹਦੇ ਤੋਂ ਕਿਤੇ ਅੱਗੇ ਨਿਕਲ ਜਾਂਦਾ ਬੰਦਾ। ਤੁਹਾਡਾ ਜਿਹੜਾ ਤਜਰਬਾ ਆ ਉਹ ਮਕੈਨਿਕ ਦੇ ਤੌਰ ਤੇ, ਉਹ ਤਜਰਬਾ ਇੱਥੇ ਬੋਲਦਾ ਨਜ਼ਰ ਆ ਰਿਹਾ। ਹਾਂਜੀ ਸਰ, ਮੈਨੂੰ 30 ਸਾਲ ਹੋ ਗਏ ਜੀ। ਹੁਣ ਤਾਂ ਤਜਰਬਾ ਇੰਨਾ ਕੁ ਹੋ ਗਿਆ ਕਿ ਮਤਲਬ ਕੋਈ ਕਸਟਮਰ ਆਂਦਾ, ਕੋਈ ਨੁਕਸ ਪੁੱਛਦਾ ਨਾ, ਅਸੀਂ ਉਹਨੂੰ ਅੱਖਾਂ ਮੀਟ ਕੇ ਦੱਸ ਦਿੱਤਾ ਫਲਾਨਾ ਨੁਕਸ ਪੈ ਗਿਆ ਬਾਈ ਇਹਦੇ 'ਚ, ਤੇ ਉਹ ਐਕਸਪੀਰੀਅੰਸ ਹੀ ਹੈ ਜੀ। ਹਾਂਜੀ, ਤਜਰਬਾ ਆ। ਅੱਛਾ, ਇਹਦੇ ਵਿੱਚ ਕੀ ਸਿਸਟਮ ਰੱਖਿਆ? ਇਹਨੂੰ ਫੋਕਸ ਤੁਸੀਂ ਕੀ ਸੋਚਦੇ ਭਵਿੱਖ ਦੇ ਵਿੱਚ ਜਿਹੜੀ ਇਹਦੀ ਫਿਨਿਸ਼ਿੰਗ ਦੇਣੀ, ਇਹਨੂੰ ਬੈਟਰੀ ਤੇ ਰੱਖਣਾ, ਇਹਨੂੰ ਪੈਟਰੋਲ ਤੇ ਰੱਖਣਾ, ਇਹਨੂੰ ਡੀਜ਼ਲ ਤੇ ਰੱਖਣਾ, ਕਿਸ ਤਰੀਕੇ ਨਾਲ ਸੋਚਿਆ ਹੋਇਆ? ਸਰ ਇਸ ਤਰ੍ਹਾਂ ਸੀਗਾ, ਜੇ ਅਸੀਂ ਇਹਨੂੰ ਬੈਟਰੀ ਦੇ ਵਿੱਚ ਕਨਵਰਟ ਕਰਦੇ, ਉਹਦੇ ਵਿੱਚ ਕੀ ਆ, ਕੁਝ ਕਿਲੋਮੀਟਰ ਦੀ ਹੋਣਾ ਸੀਗਾ, ਇਹ 50 ਕਿਲੋਮੀਟਰ ਚੱਲੂਗੀ ਜਾਂ 80 ਕਿਲੋਮੀਟਰ ਚੱਲੂਗੀ। ਪਰ ਨਹੀਂ, ਜਦੋਂ ਅਸੀਂ ਇਹਦੇ ਵਿੱਚ ਇੰਜਨ ਰੱਖ ਦਿੱਤਾ ਗਿਆ, ਅਸੀਂ ਆਪਣੀ ਮਰਜ਼ੀ ਨਾਲ 100 ਕਿਲੋਮੀਟਰ ਵੀ ਤੁਸੀਂ ਇੱਥੇ ਚੱਲ ਜਾਓ, ਬੰਦਾ ਬੈਠਾ ਥੱਕਦਾ ਨਹੀਂ ਆ ਜੀ। ਬੈਟਰੀ ਦੀ ਅਸੀਂ ਕਰਾਂਗੇ, ਉਹ ਸਾਨੂੰ ਟੈਨਸ਼ਨ ਪੈ ਜਾਣੀ ਹੈ ਕਿ ਬੈਟਰੀ ਮੁੱਕਣ ਵਾਲੀ ਆ, ਚਾਰਜਿੰਗ ਕਿੱਥੇ ਕਰਾਂਗੇ। ਇਸ ਕਰਕੇ ਇੰਜਨ ਰੱਖਿਆ ਗਿਆ। ਪੈਟਰੋਲ ਪਾਓ, ਜਿੱਥੇ ਮਰਜ਼ੀ ਘੁੰਮ ਕੇ ਆਓ ਜੀ। ਘੁੰਮੇ ਆ ਕੋਈ ਪਹਾੜਾਂ ਵਗੈਰਾ ਤੇ ਸੈਰ ਸਪਾਟਾ ਕੀਤਾ ਆ ਇਸ ਗੱਡੀ ਦੇ ਉੱਤੇ? ਹਾਂਜੀ ਸਰ, ਮੈਂ ਚੋਹਾਲ ਟੈਸਟ ਡਰਾਈਵ ਕੀਤੀ ਸੀ ਇਹਦੀ। 2 ਬੰਦੇ ਬਹਿ ਕੇ ਅਸੀਂ ਚੋਹਾਲ ਦੀਆਂ ਚੜ੍ਹਾਈਆਂ ਬੜੇ ਆਰਾਮ ਨਾਲ ਗਏ ਜੀ। ਕੋਈ ਲੋਡ ਨਹੀਂ, ਕੋਈ ਪ੍ਰੋਬਲਮ ਨਹੀਂ, ਜਾਂ ਬ੍ਰੇਕਾਂ 'ਚ ਕੋਈ ਪ੍ਰੋਬਲਮ ਆ ਜਾਂ ਕੋਈ ਹੋਰ ਕੋਈ ਤਕਨੀਕੀ ਕੋਈ ਇੱਦਾਂ ਦੀ ਪ੍ਰੋਬਲਮ ਆ ਨਹੀਂ। ਬਹੁਤ ਆਰਾਮ ਨਾਲ ਜਾਂਦੀ ਗੱਡੀ, ਤੇ ਐਨ ਈਜ਼ੀ ਜਾਂਦੀ ਆ। ਲੋਕੀ ਦੇਖਦੇ ਵੀ ਆ ਕਿ ਇਹ ਨਿੱਕੀ ਜਿਹੀ ਦੌੜੀ ਜਾਂਦੀ ਹੈ, ਚ ਰੱਖਿਆ ਕੀ ਆ। ਉਹ ਫਿਰ ਰੋਕਦੇ ਆ ਸਾਨੂੰ, ਕੋ ਭਾਜੀ ਇਹ ਕਿੱਥੋਂ ਲਿਆਂਦੀ, ਜੇ ਹੈਗੀ ਆ ਇਹ ਖਿਡੌਣਾ ਆ। ਮੈਂ ਕਿਹਾ ਤਾਂ ਖਿਡੌਣੇ ਵਰਗੀ ਗੱਡੀ ਆ ਇਹ, ਬਸ ਇਸ ਚੀਜ਼ ਨੂੰ ਸੋਚ ਕੇ ਚੱਲੋ। ਇਸ ਚੀਜ਼ ਨੂੰ ਸੋਚ ਕੇ ਚੱਲੋ। ਬਹੁਤ ਸਮਾਂ ਪਹਿਲਾਂ ਇੱਕ ਗੱਡੀ ਆਈ ਸੀ 1 ਲੱਖ ਰੁਪਏ ਦੀ, ਬੜੀ ਚਰਚਾ ਹੋਈ ਸੀ ਮੁਲਕ ਦੇ ਵਿੱਚ ਕਿ ਹੁਣ ਉਸ 4 ਵੀਲਰ ਦੇ ਉੱਤੇ, ਜਾਣੀ ਕਿ ਕਾਰ ਦੇ ਉੱਤੇ, ਇੱਕ ਆਮ ਵਿਅਕਤੀ ਬੈਠਣ ਦਾ ਵੀ ਸੁਪਨਾ ਦੇਖ ਸਕਦਾ ਆ। ਸਾਰੇ ਜਣੇ ਜਾਣਦੇ ਆ ਅਸੀਂ ਉਸ ਗੱਡੀ ਦੇ ਬਾਰੇ। ਤੇ ਇਹ ਗੱਡੀ ਜਿਹੜੀ ਜਿੰਦਰ ਹੋਰਾਂ ਨੇ ਬਣਾਈ ਹੈ, ਜਿਸ ਤਰੀਕੇ ਨਾਲ ਉਹ ਲਾਗਤ ਦੱਸਦੇ ਪਏ ਆ, ਥੋੜੀ ਜਿਹੀ ਲਾਗਤ ਜੇ ਵਧਾ ਕੇ ਵੀ ਦੇਖ ਲਈ ਜਾਵੇ, 50,000 ਜਾਂ 60,000 ਤੱਕ ਇਹਦੀ ਲਾਗਤ ਜਿਹੜੀ ਆ ਉਹ ਪਹੁੰਚ ਸਕਦੀ ਹੈ। ਸੋ ਉਹਨਾਂ ਸਥਿਤੀਆਂ ਦੇ ਵਿੱਚ ਹਰ ਵਿਅਕਤੀ ਦੀ ਪਹੁੰਚ ਦੇ ਵਿੱਚ ਜਿਹੜਾ ਇਹ 4 ਵੀਲਰ ਹੋ ਸਕਦਾ ਹੈ। ਜਿੰਦਰ ਜੀ, ਮੁਬਾਰਕਬਾਦ ਪਹਿਲਾਂ ਤਾਂ ਤੁਹਾਡੀ ਇਸ ਖੋਜ ਦੇ ਲਈ, ਤੇ ਨਾਲ ਦੀ ਨਾਲ ਧੰਨਵਾਦ ਗੱਲਬਾਤ ਕਰਨ ਲਈ, ਤੇ ਉਮੀਦ ਰੱਖਦੇ ਹਾਂ ਬਹੁਤ ਛੇਤੀ ਜਿਹੜਾ ਇਹਦੇ ਫਾਈਨਲ ਟੱਚ ਦੇ ਨਾਲ ਫਿਨਿਸ਼ਿੰਗ ਹੋਈ ਗੱਡੀ ਐਨ ਖੂਬਸੂਰਤ ਸਾਨੂੰ ਨਜ਼ਰ ਆਏਗੀ। ਜੀ ਹਾਂਜੀ ਹਾਂਜੀ, ਇਹਨੂੰ ਦੁਬਾਰਾ ਪੇਂਟ ਪੂੰਟ ਕਰਾਵਾਂਗੇ ਜੀ, ਸਾਰਾ ਕੁਝ ਕਰਾ ਕੇ ਤੁਹਾਨੂੰ ਦੁਬਾਰਾ ਕਾਲ ਕੀਤੀ ਜਾਊਗੀ ਮੇਰੇ ਭਾਜੀ ਨੂੰ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਾਡੇ ਮੁਲਕ ਦੇ ਲੋਕ ਨੇ ਜਿਹੜੇ ਦਿਮਾਗ ਦੇ ਵਿੱਚ ਜਿਹੜਾ ਉਹ ਕ੍ਰੀਏਟੀਵਿਟੀ ਰੱਖਦੇ ਆ, ਰਚਨਾਤਮਕਤਾ ਰੱਖਦੇ ਆ। ਸਿਰਫ ਇਹਨਾਂ ਨੂੰ ਪ੍ਰੋਤਸਾਹਿਤ ਕਰਨ ਦੀ ਲੋੜ ਹੈ, ਸਿਰਫ ਇਹਨਾਂ ਨੂੰ ਮਦਦ ਦੇਣ ਦੀ ਲੋੜ ਹੈ, ਹੱਥ ਫੜਨ ਦੀ ਲੋੜ ਹੈ। ਵਰਨਾ ਪੰਜਾਬ ਦੇ ਵਿੱਚ ਕੁਝ ਦਾ ਕੁਝ ਕੀਤਾ ਜਾ ਸਕਦਾ। ਜਿਹੜੇ ਕਹਿੰਦੇ ਨੇ ਕਿ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਨਸ਼ਿਆਂ 'ਚ ਪੈ ਗਈ, ਆਹ ਹੋ ਗਿਆ ਉਹ ਹੋ ਗਿਆ, ਉਹ ਇਦਾਂ ਦੀ ਜਵਾਨੀ ਨੂੰ ਵੀ ਦੇਖਣ, ਜਿਹੜੀਆਂ ਨਵੀਆਂ ਖੋਜਾਂ ਕਰਦੇ ਆ, ਜਿਹੜੇ ਨਵੀਆਂ ਇਨੋਵੇਸ਼ਨ ਕਰਦੇ ਆ, ਤੇ ਨਵੀਂ ਲੀ ਜਿਹੜੀ ਆ ਉਹ ਆਪਣੀ ਵੱਖਰੀ ਪਾਉਂਦੇ ਆ। ਉਮੀਦ ਰੱਖਦੇ ਆ ਕਿ ਇਸ ਨਵੀਂ ਬਣਾਈ ਗੱਡੀ ਨੂੰ ਜਿਹੜਾ ਆ ਉਹ ਕਿਤੇ ਨਾ ਕਿਤੇ ਕੁਝ ਨਾ ਕੁਝ ਹੁੰਗਾਰਾ ਮਿਲੇਗਾ ਕਿਸੇ ਕੰਪਨੀ ਦੇ ਵੱਲੋਂ ਜਾਂ ਸਰਕਾਰਾਂ ਦੇ ਵੱਲੋਂ, ਤੇ ਇਹਦੇ ਵਿੱਚ ਕੁਝ ਹੋਰ ਜਿਹੜਾ ਆ ਉਹ ਜਮ੍ਹਾਂ ਕਰਕੇ ਜਾਂ ਐਡਜਸਟ ਕਰਕੇ ਜਿਹੜਾ ਇਹਨੂੰ ਬਿਹਤਰ ਬਣਾ ਕੇ ਆਮ ਲੋਕਾਂ ਦੇ ਲਈ ਵੀ ਜਿਹੜਾ ਉਹ ਉਪਲਬਧ ਕਰਵਾਇਆ ਜਾਵੇਗਾ, ਜਿਹਦੇ ਨਾਲ ਜਿੰਦਰ ਵਰਗੇ ਮਕੈਨਿਕ ਜਿਹੜੇ ਇਨੋਵੇਟਿਵ ਨੇ ਉਹਨਾਂ ਨੂੰ ਵੀ ਆਰਥਿਕ ਤੌਰ ਤੇ ਮਦਦ ਮਿਲੇਗੀ ਤੇ ਪ੍ਰੋਤਸਾਹਨ ਮਿਲੇਗਾ। ਕੱਲ ਕੁਝ ਅੱਜ ਕਾਰ ਇਨਵੈਂਟ ਕੀਤੀ ਹੈ ਤੇ ਹੋ ਸਕਦਾ ਕੱਲ ਕੋਈ ਇਹਦੇ ਨਾਲੋਂ ਵੀ ਵੱਡਾ ਵਾਹਨ ਜਿਹੜਾ ਉਹ ਇਜਾਦ ਕਰ ਦੇਣ। ਫਿਲਹਾਲ ਉਮੀਦ ਰੱਖਦੇ ਹਾਂ ਕਿ ਇਸ ਪਹਿਲ ਨੂੰ ਜਿਹੜਾ ਆ ਉਹ ਅੱਗੇ ਵੀ ਇਸੇ ਤਰੀਕੇ ਨਾਲ ਹੁੰਗਾਰਾ ਮਿਲਦਾ ਰਹੇਗਾ ਜੇ ਪੰਜਾਬ ਦੇ ਕਿਸੇ ਖਿੱਤੇ ਦੇ ਵਿੱਚੋਂ ਕੋਈ ਵੀ ਇਸ ਤਰੀਕੇ ਦੀ ਕੋਈ ਖੋਜ ਕਰਦਾ ਆ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਹੁਸ਼ਿਆਰਪੁਰ।
ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਕੂੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।